ਚਰਨਾਂ ਦੇ ਵਿੱਚ ਸਜਦਾ ਕਰੀਏ, ਕਲਗੀਧਰ ਦੇ ਸ਼ੇਰਾਂ ਦੇ। ਉਮਰ 'ਚ ਭਾਵੇਂ ਛੋਟੇ ਸੀ, ਜ਼ੇਰੇ ਵੱਡੇ ਸੀ ਦਲੇਰਾਂ ਦੇ। ਸਿਦਕੋ ਡੋਲੇ ਨਾ ਕੌਮ ਲਈ, ਕਰ ਗਏ ਜਾਨ ਨਿਸ਼ਾਵਰ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਜੀ। ਮੈਂ ਪੂਜਾ ਮਹਾਜਨ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ। ਮੈਂ ਆਪਣੇ ਮਲਟੀ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆ ਕਰਦੀ ਹਾਂ। ਅੱਜ ਮੈਂ ਤੁਹਾਨੂੰ ਫਿਰ ਤੋਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਮਹਾਨ ਇਤਿਹਾਸ ਜੋ ਕਿ ਦਸੰਬਰ ਦੇ ਮਹੀਨੇ ਵਿੱਚ ਮਨਾਏ ਜਾਂਦੇ ਹਨ, ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਬੱਚੇ ਵੀ ਇਸ ਵੀਡੀਓ ਰਾਹੀਂ ਆਪਣੇ ਇਤਿਹਾਸ ਦੇ ਬਾਰੇ ਜਾਣੂ ਹੋਵੇ, ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਦੇਸ਼ ਲਈ ਕਿਸ ਤਰ੍ਹਾਂ ਗੁਰੂ ਜੀ ਦੇ 4 ਸਾਹਿਬਜ਼ਾਦਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਸੱਚ ਅਤੇ ਧਰਮ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ। ਇਸੇ ਮਹੀਨੇ ਵਿੱਚ ਹੀ ਉਹਨਾਂ ਦਾ ਪੂਰਾ ਪਰਿਵਾਰ ਸ਼ਹੀਦ ਹੋ ਜਾਂਦਾ ਹੈ। ਉਹਨਾਂ ਦੇ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਅਸੀਂ ਬਾਬਾ ਵੀ ਕਹਿੰਦੇ ਹਾਂ, ਉਹ ਵੀ ਸੱਚ ਅਤੇ ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ, ਪਰ ਉਹ ਆਪਣਾ ਸਿਰ ਕਿਸੇ ਦੇ ਅੱਗੇ ਵੀ ਝੁਕਣ ਨਹੀਂ ਦਿੰਦੇ ਹਨ। ਤੁਸੀਂ ਜਿੱਦਾਂ ਕਿ ਮੇਰੀ ਸਕਰੀਨ 'ਚ ਦੇਖ ਰਹੇ ਹੋ, ਮੇਰੀ ਸਕਰੀਨ ਵਿੱਚ 6 ਪੋਹ ਅਤੇ 14 ਪੋਹ ਅਤੇ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਉਹਨਾਂ ਦੇ ਸ਼ਹੀਦੀ ਦਿਵਸ ਦੀ ਸਾਰੀ ਦੀ ਸਾਰੀ ਕਹਾਣੀ ਤੁਹਾਨੂੰ ਦਿਖਾਈ ਦੇ ਰਹੀ ਹੈ। ਅਤੇ ਉਹਨਾਂ ਦਾ ਪੋਹ ਸਾਕਾ 1704 ਵਿੱਚ ਵੀ ਤੁਹਾਨੂੰ ਪੂਰਾ ਉਹਨਾਂ ਦੀ ਸ਼ਹੀਦੀ ਦੇ ਬਾਰੇ ਦੱਸਿਆ ਗਿਆ ਹੈ। ਬੱਚਿਓ ਵਾਲਿਓ ਭੁੱਲ ਨਾ ਜਾਇਓ ਬਾਬਿਆਂ ਦੀ ਕੁਰਬਾਨੀਆਂ ਨੂੰ, ਕਿਉਂਕਿ ਇਹਨਾਂ ਦੀਆਂ ਹੀ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡੇ ਲਈ ਇੱਕ ਮਿਸਾਲ ਹੈ, ਇੱਕ ਸ਼ਹਾਦਤ ਹੈ। ਉਹਨਾਂ ਦੀ ਕੁਰਬਾਨੀਆਂ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਹਨਾਂ ਦੀ ਤਰ੍ਹਾਂ ਹੀ ਸਾਨੂੰ ਵੀ ਸੱਚ ਦੀ ਰਾਹ 'ਤੇ ਚੱਲਣਾ ਚਾਹੀਦਾ ਹੈ। ਅਤੇ ਹੁਣ ਮੈਂ ਤੁਹਾਨੂੰ ਉਹਨਾਂ ਦੇ ਸ਼ਹੀਦੀ ਦਿਵਸ ਦੇ ਬਾਰੇ ਇੱਕ ਕਰਕੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਦਾਦਾ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਸਨ, ਉਹਨਾਂ ਦਾ ਸ਼ਹੀਦੀ ਦਿਵਸ ਵੀ ਦਸੰਬਰ ਦੇ ਮਹੀਨੇ ਵਿੱਚ ਹੀ ਆਉਂਦਾ ਹੈ, ਜੋ ਕਿ 8 ਦਸੰਬਰ ਨੂੰ ਹੁੰਦਾ ਹੈ। 8 ਦਸੰਬਰ ਨੂੰ ਹੀ ਉਹਨਾਂ ਦੇ 3 ਹੋਰ ਸਿੰਘ ਮਤੀਦਾਸ, ਮਤੀਰਾਮ ਅਤੇ ਦਿਆਲਾ ਜੀ, ਜੋ ਕਿ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਅੱਗੇ ਨਾ ਝੁਕਣ ਦਾ ਫੈਸਲਾ ਕੀਤਾ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਅੱਜ ਇਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਹੀ ਭਾਰਤ ਵਿੱਚ ਹਰ ਕੋਈ ਸਿਰ ਉਠਾ ਕੇ ਜੀ ਰਿਹਾ ਹੈ। ਹੁਣ ਮੈਂ ਤੁਹਾਨੂੰ ਇੱਕ ਕਰਕੇ ਸਾਰੇ ਉਹਨਾਂ ਦੀਆਂ ਮਿਤੀ ਦੇ ਨਾਲ ਉਹਨਾਂ ਦੀ ਸ਼ਹੀਦੀ ਦੇ ਬਾਰੇ ਦੱਸਣ ਜਾ ਰਹੀ ਹਾਂ, ਜਿਹਨੂੰ ਕਿ ਤੁਸੀਂ ਸਾਰਿਆਂ ਨੇ ਬੜੇ ਹੀ ਧਿਆਨ ਨਾਲ ਸੁਣਨਾ ਹੈ। 20 ਦਸੰਬਰ 6 ਪੋਹ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਜਿਹੜੇ ਸੀ ਉਹ ਅਨੰਦਪੁਰ ਛੱਡਣ ਲਈ ਰਵਾਨਾ ਹੋ ਜਾਂਦੇ ਹਨ। ਠੰਡੀ ਰਾਤ ਵਿੱਚ ਇੱਕ ਕਾਫਲੇ ਦੀ ਤਰ੍ਹਾਂ ਨਿਕਲਦੇ ਹਨ, ਆਪਣਾ ਜ਼ਰੂਰੀ ਸਮਾਨ ਲੈ ਕੇ ਸਾਰੇ ਜਾਣੇ ਅਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਰਵਾਨਾ ਹੋ ਜਾਂਦੇ ਹਨ। 21 ਦਸੰਬਰ 7 ਪੋਹ, ਹਲੇ ਉਹ ਘਰ ਤੋਂ ਥੋੜ੍ਹੀ ਹੀ ਦੂਰ ਨਿਕਲਦੇ ਹਨ ਅਤੇ ਉਹ ਰਾਤ ਦੇ ਸਮੇਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ, ਨਿਤਨੇਮ ਕਰ ਰਹੇ ਹੁੰਦੇ ਹਨ, ਪਰ ਉੱਥੇ ਹੀ ਮੁਗਲਾਂ ਅਤੇ ਪਹਾੜੀ ਰਾਜੇ ਉਹਨਾਂ ਉੱਪਰ ਹਮਲਾ ਕਰ ਦਿੰਦੇ ਹਨ। ਇਸ ਜੰਗ ਵਿੱਚ ਭਾਈ ਉਦੇ ਸਿੰਘ ਅਤੇ ਉਹਨਾਂ ਦੇ ਹੋਰ ਸਿੰਘ ਵੀ ਸ਼ਹੀਦ ਹੋ ਜਾਂਦੇ ਹਨ। ਦੂਸਰੀ ਔਰ ਉਹਨਾਂ ਦੇ ਸਰਸਾ ਨਦੀ ਵਿੱਚ ਉੱਥੇ ਕਾਫੀ ਪਾਣੀ ਆਇਆ ਹੋਇਆ ਸੀ, ਜਿੱਥੇ ਕਿ ਬੱਚੇ ਮਹਿਲਾਵਾਂ ਨੂੰ ਨਦੀ ਪਾਰ ਕਰਵਾਉਣੀ ਸੀ। ਗੁਰੂ ਜੀ ਦਾ ਪਰਿਵਾਰ ਅਤੇ ਬਾਕੀ ਸਿੰਘ ਜੋ ਵੀ ਨਦੀ ਪਾਰ ਕਰ ਰਹੇ ਸੀ, ਉੱਥੇ ਹੀ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋ ਗਿਆ ਸੀ। ਇੱਕ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੱਖ ਸੀ, ਅਤੇ ਦੂਜੇ ਹਿੱਸੇ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸੀ, ਅਤੇ ਤੀਜੇ ਹਿੱਸੇ ਵਿੱਚ ਗੁਰੂ ਜੀ ਦੀ ਪਤਨੀ ਅਤੇ ਕੁਝ ਸਿੱਖ ਸੀ। ਇਸ ਤਰ੍ਹਾਂ ਉਹਨਾਂ ਦਾ ਪੂਰਾ ਪਰਿਵਾਰ ਇਸ ਦਿਨ ਅਲੱਗ-ਅਲੱਗ ਹੋ ਜਾਂਦਾ ਹੈ। 22 ਦਸੰਬਰ 8 ਪੋਹ, ਇਸ ਦਿਨ ਗੁਰੂ ਜੀ ਇੱਕ ਕਿਲ੍ਹੇ ਵਿੱਚ ਪੁੱਜੇ ਜੋ ਕਿ ਕੱਚਾ ਸੀ। ਉੱਥੇ ਉਹਨਾਂ ਨੇ ਰਾਤ ਬਿਤਾਈ। ਮੁਗਲਾਂ ਦੀ ਫੌਜ ਉੱਥੇ ਵੀ ਜਾ ਪਹੁੰਚੀ। ਉਹਨਾਂ ਨੂੰ ਫੜਨ ਲਈ ਉਹਨਾਂ ਨੇ ਪੂਰੇ ਦਾ ਪੂਰੇ ਕਿਲ੍ਹੇ ਦਾ ਘੇਰਾ ਪਾ ਲਿਆ। ਉਸ ਦਿਨ ਇੱਕ ਐਸਾ ਯੁੱਧ ਉੱਥੇ ਚੱਲਿਆ
ਕਿ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ। ਉੱਥੇ 42 ਸਿੱਖ ਸੀ ਤੇ ਇਕੱਲੇ ਗੁਰੂ ਗੋਬਿੰਦ ਸਿੰਘ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀਆਂ ਫੌਜਾਂ ਸੀ। ਪਰ ਪੂਰਾ ਦਿਨ ਇਹ ਜੰਗ ਚੱਲੀ। ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਇਹੋ ਜਿਹੀ ਰਣਨੀਤੀ ਬਣਾਈ ਕਿ ਪਹਿਲੇ ਉਹ 5 ਸਿੱਖਾਂ ਦੇ ਜੱਥੇ ਨੂੰ ਭੇਜ ਦੇ ਤੇ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਅਗਲੇ 5 ਸਿੱਖਾਂ ਦਾ ਜੱਥਾ ਉਹਨਾਂ ਨੂੰ ਭੇਜ ਦੇਵੇ। ਅਗਲੇ ਦਿਨ ਉਹਨਾਂ ਦੀ ਇਸੇ ਜੰਗ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੋ ਸੀ ਉਹ ਵੀ ਸ਼ਹੀਦ ਹੋ ਗਏ। ਸਿੱਖਾਂ ਨੇ ਉਹਨਾਂ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਬੜਾ ਹੀ ਰੋਕਿਆ ਤੇ ਉਹਨਾਂ ਨੂੰ ਨਾ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਉਹਨਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਸਾਨੂੰ ਆਪਣੇ ਤੋਂ ਅਲੱਗ ਨਾ ਕਰੋ, ਕਿਉਂਕਿ ਅਸੀਂ ਵੀ ਜੰਗ ਲੜਾਂਗੇ। ਤੇ ਗੁਰਾਂ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਆਪੇ ਹੀ ਜੰਗ ਵਿੱਚ ਲੜਨ ਲਈ ਤਿਆਰ ਕਰਕੇ ਭੇਜਿਆ ਤੇ ਉਹ ਵੀ ਲੱਖਾਂ ਦੀ ਫੌਜ ਨਾਲ ਮੁਕਾਬਲਾ ਕਰਦੇ ਹੋਏ ਉੱਥੇ ਸ਼ਹੀਦ ਹੋ ਗਏ। 23 ਦਸੰਬਰ 9 ਪੋਹ। ਅਗਲੇ ਦਿਨ ਸਿੰਘਾਂ ਨੇ ਗੁਰੂ ਜੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਇੱਥੋਂ ਚਲੇ ਜਾਣ, ਕਿਉਂਕਿ ਜੇ ਉਹ ਰਹਿਣਗੇ ਤਾਂ ਉਹ ਸਾਡੇ ਵਰਗੇ ਹੋਰ ਵੀ ਸੂਰਮੇ ਪੈਦਾ ਕਰ ਸਕਦੇ ਹਨ। ਪਰ ਗੁਰੂ ਜੀ ਨੇ ਜਦੋਂ ਉਹਨਾਂ ਨੂੰ ਇਹ ਕਰਨ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਜੀ ਨੇ ਉਹਨਾਂ ਦੇ ਸਿੱਖਾਂ ਨੇ ਗੁਰੂ ਜੀ ਨੂੰ 5 ਪਿਆਰਿਆਂ ਦੇ ਰੂਪ ਵਿੱਚ ਜਾਣ ਦਾ ਆਦੇਸ਼ ਦਿੱਤਾ ਤੇ ਗੁਰੂ ਜੀ ਹੁਣ ਉਹਨਾਂ ਦਾ ਆਦੇਸ਼ ਜੋ ਸੀ ਉਹ ਟਾਲ ਨਹੀਂ ਸਕਦੇ ਸੀ। ਉਸ ਲੜਾਈ ਵਿੱਚ ਜੋ ਸਿੰਘ ਬਚ ਗਏ ਸੀ, ਉਹਨਾਂ ਨੇ ਉਹ ਚਮਕੌਰ ਦੀ ਲੜਾਈ ਵਿੱਚ ਉਹਨਾਂ ਨੇ ਲੜਦਿਆਂ ਆਪਣੀਆਂ ਸ਼ਹੀਦੀਆਂ ਦੇ ਦਿੱਤੀਆਂ। ਪਰ ਫਿਰ ਵੀ ਮੁਗਲ ਜਿਹੜੇ ਸੀ ਉਹ ਗੁਰੂ ਜੀ ਨੂੰ ਨਹੀਂ ਫੜ ਸਕੇ। 24 ਦਸੰਬਰ 10 ਪੋਹ। ਮੈਦਾਨ ਵਿੱਚ ਹੁਣ ਗੁਰੂ ਸਾਹਿਬਜ਼ਾਦਿਆਂ ਤੇ ਬਾਕੀ ਸਿੱਖ ਜਿਹੜੇ ਸੀ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਇਸੇ ਤਰ੍ਹਾਂ ਹੀ ਪਈਆਂ ਹੋਈਆਂ ਸਨ, ਕਿਉਂਕਿ ਕਿਸੇ ਨੂੰ ਵੀ ਉਹਨਾਂ ਦੀਆਂ ਲਾਸ਼ਾਂ ਨੂੰ ਹੱਥ ਲਗਾਉਣ ਦੀ ਇਜਾਜ਼ਤ ਤੱਕ ਨਹੀਂ ਸੀ। ਉਹਨਾਂ ਨੇ ਉੱਥੇ ਹੀ ਉਸ ਵੇਲੇ ਹੀ ਇੱਕ ਦਲੇਰ ਬੱਚੀ ਬੀਬੀ ਹਰਸ਼ਰਨ ਕੌਰ ਆਉਂਦੀ ਹੈ ਤੇ ਬਾਕੀ ਸਭ ਸਿੰਘਾਂ ਦੀਆਂ ਲਾਸ਼ਾਂ ਨੂੰ ਤੇ ਇਕੱਠਾ ਕਰਕੇ ਉਹਨਾਂ ਦਾ ਅੰਤਿਮ ਸੰਸਕਾਰ ਕਰਦੀ ਹੈ। ਪਰ ਜਦੋਂ ਮੁਗਲਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਤੇ ਉਹ ਵੀ ਉਹਨਾਂ ਨਾਲ ਸ਼ੇਰਨੀ ਦੀ ਤਰ੍ਹਾਂ ਇਸ ਤਰ੍ਹਾਂ ਲੜਦੀ ਹੈ ਤੇ ਪਰ ਅੰਤ ਵਿੱਚ ਉਹ ਵੀ ਸ਼ਹੀਦ ਹੋ ਜਾਂਦੀ ਹੈ। 25 ਦਸੰਬਰ 11 ਪੋਹ। ਹੁਣ ਵੱਡੇ ਸਾਹਿਬਜ਼ਾਦਿਆਂ ਦੀ ਮੌਤ ਦੀ ਖਬਰ ਜਿਹੜੀ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਸੀ, ਪਰ ਜਿਸ ਕੋਲ ਉਹ ਰੁਕੇ ਸੀ ਉਹ ਬੰਦਾ ਸੀ ਗੰਗੂ। ਪਰ ਉਸਨੇ ਪੈਸਿਆਂ ਦੇ ਲਾਲਚ ਵਿੱਚ ਮਾਤਾ ਗੁਜਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ ਤੇ ਉਹਨਾਂ ਨੂੰ ਕਚਹਿਰੀ ਵਿੱਚ ਜਦ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਉਹਨਾਂ ਨੂੰ ਛੱਡ ਦੇਣਗੇ, ਪਰ ਜੇ ਤੁਸੀਂ ਉਹਨਾਂ ਦਾ ਇਸਲਾਮ ਕਬੂਲ ਕਰ ਲਵੋਗੇ। ਜੇ ਉਹ ਇਸਲਾਮ ਕਬੂਲ ਨਹੀਂ ਕਰਦੇ ਤੇ ਉਹ ਮਾਰੇ ਜਾਣਗੇ। ਉਹ ਛੋਟੇ ਬੱਚੇ ਜਿਨ੍ਹਾਂ ਦੀ ਉਮਰ 6 ਤੇ 9 ਸਾਲ ਸੀ ਉਹ ਉੱਥੋਂ ਘਬਰਾਏ ਨਹੀਂ, ਉੱਥੇ ਹੀ ਡਟੇ ਰਹੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਆਪਣੇ ਤੁਸੀਂ ਸਾਡੇ ਦਾਦਾ ਜੀ ਨੂੰ ਨਹੀਂ ਬਦਲ ਸਕੇ, ਅਸੀਂ ਉਹਨਾਂ ਦੇ ਪੋਤੇ ਹਾਂ ਤੇ ਅਸੀਂ ਕਿੱਦਾਂ ਬਦਲ ਸਕਦੇ ਹਾਂ। ਉਹਨਾਂ ਦੀਆਂ ਗੱਲਾਂ ਸੁਣ ਕੇ ਸਾਰੇ ਦੇ ਸਾਰੇ ਉੱਥੇ ਹੈਰਾਨ ਹੋ ਗਏ। ਉਹ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਏ ਤੇ ਉਹਨਾਂ ਦੀ ਗੱਲ ਉਹਨਾਂ ਨੇ ਨਹੀਂ ਮੰਨੀ ਤੇ ਵਾਪਸ ਉਹਨਾਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਉਸ ਠੰਡੇ ਬੁਰਜ ਵਿੱਚ ਨਾ ਤੇ ਉਹਨਾਂ ਨੂੰ ਖਾਣਾ ਦਿੱਤਾ ਗਿਆ ਤੇ ਨਾ ਹੀ ਤਨ ਢੱਕਣ ਲਈ ਕੋਈ ਕੱਪੜਾ ਦਿੱਤਾ ਗਿਆ। ਉਸ ਵਕਤ ਉਹਨਾਂ ਕੋਲ ਸਿਰਫ ਸੀ ਆਪਣੀ ਦਾਦੀ ਮਾਂ ਦਾ ਪਿਆਰ। 26 ਦਸੰਬਰ 12 ਪੋਹ। ਫਿਰ ਦੂਸਰੇ ਦਿਨ ਜਦੋਂ ਕਚਹਿਰੀ ਵਿੱਚ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ ਤੇ ਇਸਲਾਮ ਕਬੂਲ ਕਰਨ ਲਈ ਬੜੀ ਸਖਤੀ ਨਾਲ ਕਿਹਾ ਗਿਆ, ਪਰ ਫਿਰ ਵੀ ਉਹ ਆਪਣੀ ਗੱਲ ਤੇ ਹੀ ਡਟੇ ਰਹੇ। ਉਹਨਾਂ ਨੇ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਸਾਹਿਬਜ਼ਾਦਿਆਂ ਨੇ ਕਿਹਾ ਕਿ ਮੌਤ ਤੇ ਸਾਰਿਆਂ ਨੂੰ ਆਉਣੀ ਹੈ ਤੇ ਇਸ ਵਿੱਚ ਡਰਨ ਦੀ ਕੀ ਲੋੜ ਹੈ। ਡਰੇ ਤੇ ਉਹ ਬੰਦਾ ਜਿਸ ਨੇ ਜ਼ਿੰਦਗੀ ਵਿੱਚ ਪਾਪ ਕੀਤੇ ਹਨ। ਪਰ ਉਹ ਆਪਣੀ ਗੱਲ ਤੇ ਹੀ ਡਟੇ ਰਹੇ। ਪਰ ਜਦੋਂ ਉਹ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਉਹਨਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਉਸ ਟਾਈਮ ਤੇ ਕਿਹਾ, ਸਮਾਂ ਆ ਗਿਆ ਸ਼ਹਾਦਤ ਦਾ, ਸਮਾਂ ਆ ਗਿਆ ਸ਼ਹਾਦਤ ਦਾ, ਸਿਪਾਹੀ ਆ ਗਏ ਲੈਣੇ, ਬੋਲੇ ਸਿਪਾਹੀ ਫਤਵਾ ਜਾਰੀ ਹੈ, ਤੁਮੇ ਪ੍ਰਾਣ ਪੜेंगे ਦੇਣੇ। ਫਿਰ ਉਸ ਤੋਂ ਬਾਅਦ 27 ਦਸੰਬਰ 13 ਪੋਹ। ਇਸ ਦਿਨ ਹੁਣ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਜਦੋਂ ਇਸਲਾਮ ਕਬੂਲ ਕਰਨ ਤੋਂ
ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਦੀਵਾਰਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਤਾਂ ਇੱਕ ਜ਼ੁਲਮ ਦੀ ਇੰਤਹਾ ਸੀ ਤੇ ਇਸ ਦੇ ਨਾਲ ਹੀ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। 28 ਦਸੰਬਰ 14 ਪੋਹ। ਹੁਣ ਇਸ ਦਿਨ ਦੀਵਾਨ ਟੋਡਰਮਲ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸਭ ਤੋਂ ਪਹਿਲਾਂ ਤਾਂ ਇੱਕ ਕੀਮਤੀ ਜਗ੍ਹਾ ਨੂੰ ਖਰੀਦਿਆ ਤੇ ਉਹਨਾਂ ਦਾ ਜਾ ਕੇ ਉੱਥੇ ਅੰਤਿਮ ਸੰਸਕਾਰ ਕੀਤਾ, ਕਿਉਂਕਿ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਦੀ ਵੀ ਇਜਾਜ਼ਤ ਕਿਸੇ ਨੂੰ ਨਹੀਂ ਸੀ। ਪਰ ਟੋਡਰਮਲ ਨੇ ਬਿਨਾਂ ਕਿਸੇ ਡਰ ਤੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਇਹ ਹੀ ਉਹ ਆਪਣੇ ਆਪ ਵਿੱਚ ਹੀ ਟੋਡਰਮਲ ਦੀ ਇੱਕ ਬਹੁਤ ਵੱਡੀ ਸੇਵਾ ਸੀ। ਤੇ ਇਹ ਸੀ ਬੱਚਿਓ ਉਹਨਾਂ ਦੀ ਸ਼ਹੀਦੀ ਦਿਵਸ ਦੇ ਬਾਰੇ ਪੂਰੀ ਦੀ ਪੂਰੀ ਜਾਣਕਾਰੀ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਘੱਟ ਸੰਖੇਪ ਵਿੱਚ ਦੱਸਿਆ ਹੈ, ਕਿਉਂਕਿ ਇਸ ਦਾ ਇਤਿਹਾਸ ਬਹੁਤ ਵੱਡਾ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਸੱਚ ਤੇ ਧਰਮ ਦੀ ਖਾਤਰ ਧਰਮ ਦੇ ਨਾਲ ਹੀ ਚੱਲਣਾ ਚਾਹੀਦਾ ਹੈ। ਆਪਣੇ ਹੱਕ ਵਿੱਚ ਆਪਣੇ ਮਿਹਨਤ ਨਾਲ ਹਰ ਇੱਕ ਕੰਮ ਕਰਨਾ ਚਾਹੀਦਾ ਹੈ ਤੇ ਸਾਨੂੰ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਣਾ ਚਾਹੀਦਾ ਹੈ। ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਹ ਜੋ ਮੇਰੀ ਵੀਡੀਓ ਹੈ ਚੰਗੀ ਲੱਗੇਗੀ ਤੇ ਤੁਸੀਂ ਇਸ ਤੋਂ ਕੋਈ ਨਾ ਕੋਈ ਸਿੱਖਿਆ ਜ਼ਰੂਰ ਲਵੋਗੇ। ਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਹੈ ਤਾਂ ਤੁਸੀਂ ਮੇਰੇ ਕਮੈਂਟ ਬਾਕਸ 'ਤੇ ਮੈਨੂੰ ਪੁੱਛ ਸਕਦੇ ਹੋ। ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤਾਂ ਕਿ ਬਾਕੀ ਬੱਚੇ ਵੀ ਸਾਡੇ ਪੁਰਾਣੇ ਇਤਿਹਾਸ ਤੋਂ ਜਾਣੂ ਹੋਣ ਤੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਬਾਰੇ ਪੂਰੀ ਉਹਨਾਂ ਨੂੰ ਵੀ ਜਾਣਕਾਰੀ ਹੋਵੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਧੰਨਵਾਦ।